ਮਾਣ ਦੀ ਗੱਲ ਹੁੰਦੀ ਆ ਤੇ ਆਪਣੇ ਨਗਰ ਵਾਸਤੇ ਵੀ ਮਾਣ ਦੀ ਗੱਲ ਆ। ਗੁਰਪ੍ਰੀਤ ਸਾਧ ਸੰਗਤ ਜੀਓ ਵੀ ਇਹਨਾਂ ਨੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਸਾਹਿਬ ਦਮਦਮੀ ਟਕਸਾਲ ਤੋਂ ਗੁਰਬਾਣੀ ਦੀ ਸੰਥਿਆ ਪ੍ਰਾਪਤ ਕੀਤੀ ਆ ਤੇ ਉਪਰੰਤ ਗੁਰਪ੍ਰੀਤ ਸਾਧ ਸੰਗਤ ਜੀ ਬਹੁਤ ਲਗਨ ਦੇ ਨਾਲ ਥੋੜੇ ਹੀ ਸਮੇਂ ਦੇ ਵਿੱਚ ਬਹੁਤ ਸੋਹਣੇ ਕਥਾਵਾਚਕ ਗੁਰਪ੍ਰੀਤ ਸਾਧ ਸੰਗਤ ਜੀ ਬਣੇ ਨੇ। ਹੁਣ ਸੰਗਤਾਂ ਦੀ ਸੇਵਾ ਕਰਦੇ ਨਗਰ ਨਗਰ ਵਿਖੇ ਜਾ ਕੇ ਉਹ ਆਪ ਜੀ ਨਾਲ 15 ਮਿੰਟ ਵਾਸਤੇ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। श्री वाहिगुरु साहिब जीओ। वाह प्रगटियो मर्द अगमड़ा वरियाम अकेला। वाह वाह गोबिंद सिंह आपे गुर चेला। जुगो जोगे अटल चवर छतर तखत दे मालक गुरता गद्दी ते प्रकाशमान धन धन साहिब श्री गुरु ग्रंथ साहिब जी तिन्हां दी पावन हजूरी अंदर सज बैठी गुरु खालसा साध संगत जी असीस बख्शो। रसना नूं करो पवित्र गज के आखो जी वाहिगुरु जी का खालसा वाहिगुरु जी की फतेह। सो गुरु गोबिंद सिंह साहब जी दे प्रथाए एक विद्वान के बड़े सोहने बोल ने तो लिखदा कहंदा तेरे एक हाथ बाज ठेठा नीला घोड़ा है। तेरी मंजिल बड़ी लंबेरी पर समा बहुत थोड़ा है। तो आप विचारते हैं भी समा 15 मिनट आ तो समझ नहीं आती भी कितों शुरू करिए तो कितने समाप्ति करिए। इस वास्ते मैं दो ही बेनतियां करनियां ने गुरु नानक साहब तो लैके ते हुण साडे कोल गुरु ने श्री गुरु ग्रंथ साहब जी इन्हां दे परथाए प्रगट शब्द लगदा है ते खालसा जी प्रगट दा प्रगट दे नाल अर्थ रखना चाहिए ते मनावत रखनी चाहिए। गुरु नानक साहब जी दे परथाए आपां सारे पढ़दे आ। सतगुरु नानक प्रगटिया मिट्टी धुंध जग चानण होआ। ये मत सोचियो भी प्रकाश गुरु गोबिंद सिंह दा ते बाद गुरु नानक साहब जी। मैं प्रगट की बेनती कर लगा। गुरु नानक साहब जी दे परथाए है कि सतगुरु नानक प्रगटिया मिट्टी धुंध जग चानण होआ कि गुरु नानक साहब जी प्रगट होए ते जिन्हां दा अज प्रकाश मना रहे हैं उन्हां दे परथाए सतगुरु आप ते खुद कहते हैं कि तभी प्रकाश हमारा भयो। ते जदों आपां होर पढ़दे आ वाह प्रगटियो मर्द अगमड़ा वरियाम अकेला ये गुरु गोबिंद सिंह जी वास्ते शब्द है। ਇਹਦੇ ਤੋਂ ਬਾਅਦ ਜਿਹੜਾ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਜੀ ਨੇ ਸਾਜਿਆ ਗੁਰੂ ਖਾਲਸਾ ਜੀ ਇਹਦੇ ਵਾਸਤੇ ਵੀ ਪ੍ਰਗਟ ਸ਼ਬਦ ਹੈ। ਤੁਸੀਂ ਪੜ੍ਹਦੇ ਹੋ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ। ਇੱਥੇ ਵੀ ਪ੍ਰਗਟਿਓ ਸ਼ਬਦ ਵਰਤਿਆ। ਤਿੰਨ ਚੀਜ਼ਾਂ ਇਹ ਪ੍ਰਗਟ ਨੇ ਤੇ ਜਿਸ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਜੇ इस गुरु के परथाए आपां की पढ़ते हैं सारे जाने। अरदास तो बाद एक दोहरा पढ़िया जाता कि आग्या भई अकाल की तभी चलायो पंथ सब सिखन को हुक्म है गुरु मान्यो
ਗ੍ਰੰਥ। ਹੁਣ ਅਗਲਾ ਬਚਨ ਕਹਿੰਦਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਗੁਰੂ ਨਾਨਕ ਸਾਹਿਬ ਜੀ ਤੋਂ ਪ੍ਰਗਟ ਪ੍ਰਾਰੰਭ ਹੋ ਰਿਹਾ ਹੈ ਤੇ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਵੀ ਪ੍ਰਗਟ ਗੁਰੂ ਨੇ। ਤਾਂ ਬੇਨਤੀ ਕੀਤੀ ਕਿ ਪ੍ਰਗਟ ਤੋਂ ਪ੍ਰਾਰੰਭ ਹੋਏ ਆ ਤੇ ਪ੍ਰਗਟ ਦੀ ਗੋਦ ਵਿੱਚ ਬੈਠੇ ਜੇ, ਹੋਰ ਕੀ ਭਾਲਦੇ ਜੇ, ਵੱਡੇ ਭਾਗਾਂ ਦੀ ਨਿਸ਼ਾਨੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਉਹਨਾਂ ਦੇ ਪਰਥਾਏ ਮੈਂ ਇੱਕੋ ਹੀ ਬੇਨਤੀ ਕਰਨੀ ਕਿ ਸਤਿਗੁਰੂ ਜੀ ਪੋਸ ਦੀ 7 1666 ਨੂੰ ਪਟਨੇ ਦੀ ਧਰਤੀ ਤੇ ਪ੍ਰਕਾਸ਼ਿਤ ਹੁੰਦੇ ਆ। ਉਹ ਪ੍ਰਕਾਸ਼ ਇੱਕ ਬਚਨ ਦੇ ਨਾਲ ਆਰੰਭ ਹੁੰਦਾ ਕਿ ਚੁਭੀ ਰਹੀ ਸਰੋਤ ਪ੍ਰਭ ਚਰਨਨ ਮੈਂ। ਇਹ ਪੰਕਤੀ ਕੋਈ ਆ, ਪਰ ਇਹ 1708 ਨੰਦੇੜ ਦੀ ਧਰਤੀ ਤੇ ਤਖਤ ਬਿਰਾਜਮਾਨ ਹੋਣ ਤੱਕ ਇਹ ਪੰਕਤੀ ਨਾਲ ਨਿਭਦੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨਾਲ। ਮੈਂ ਹੁਣ ਜੀਵਨ ਕਿਉਂਕਿ ਕੋਈ ਬਾਤ ਤੇ ਖਾਸ ਹੋਣੀ ਨਹੀਂ। ਪੰਛੀ ਝਾਕ, ਜਿਵੇਂ ਪੰਛੀ ਉੱਡਦਾ ਜਾਂਦਾ ਨਗਰਾਂ ਤੋਂ ਲੰਘਦਾ ਜਾਂਦਾ, ਪੰਛੀ ਝਾਕ ਮਾਰਨੀ ਸਤਿਗੁਰੂ ਜੀ ਦੇ ਜੀਵਨ ਦੀ। ਤੇ ਕੁਝ ਕੁ ਗੁਣ ਲੈਣੇ ਨੇ ਕਿ ਮਰ ਅਡੋਲ ਰਹੇ ਆ ਤੇ ਸਾਨੂੰ ਅਡੋਲ ਰਹਿਣਾ ਦੱਸ ਕੇ ਗਏ ਆ। ਚੁਭੀ ਸੁਰਤ ਕੀ ਹੈ ਕਿ ਜਿਹੜੀ ਸੁਰਤ ਗੁਰੂ ਕੇ ਚਰਨਾਂ 'ਚ ਲੀਨ ਹੋ ਜਾਂਦੀ ਉਹ ਕਦੇ ਨਹੀਂ ਡੋਲਦੀ। ਸਮਾਂ ਕਿਆਸਾ ਵੀ ਬਣੇ, ਦੁੱਖ ਸੁੱਖ, ਊਚ ਨੀਚ, ਅਮੀਰੀ ਗਰੀਬੀ, ਉਸਤਤ ਨਿੰਦਾ, ਅਡੋਲ ਸੁਰਤ ਜਿਹੜੀ ਗੁਰੂ ਕੇ ਚਰਨਾਂ 'ਚ ਚੁਭ ਜਾਂਦੀ ਆ, ਖੁੱਭ ਜਾਂਦੀ ਆ, ਲੀਨ ਹੋ ਜਾਂਦੀ ਆ, ਉਹ ਕਦੇ ਡੋਲਦੀ ਨਹੀਂ, ਭਾਵੇਂ ਬੰਦਾ ਇਕੱਲਾ ਵੀ ਕਿਉਂ ਨਾ ਰਹਿ ਜਾਏ। ਪਟਨੇ ਦੀ ਧਰਤੀ ਤੇ ਹਜ਼ੂਰ ਦਾ ਪ੍ਰਕਾਸ਼ ਹੁੰਦਾ। ਪੀਰ ਭੀਖਮ ਸ਼ਾਹ ਜੀ ਦਾ ਜ਼ਿਕਰ ਆਇਆ। ਪ੍ਰਕਾਸ਼ ਹੁੰਦਿਆਂ ਹੀ ਉਹ ਦਰਸ਼ਨਾਂ ਨੂੰ ਆਉਂਦੇ ਆ। ਦੋ ਕੁੜੀਆਂ ਦਾ ਜ਼ਿਕਰ ਕੀਤਾ ਜਾਂਦਾ ਕਿ ਹਿੰਦੂ ਕੇ ਮੁਸਲਮਾਨ, ਤੇ ਇੱਥੇ ਫਿਰ ਸਤਿਗੁਰੂ ਜੀ ਦੇ ਪਰਥੇ ਆਪਾਂ ਕਹਿੰਦੇ ਮਹਾਰਾਜ ਦੋਵੇਂ ਟੁਕਰਾ ਦਿੱਤੀਆਂ ਕਿ ਦੁੱਧ ਦੇ ਪਾਣੀ ਨੂੰ ਇੱਕ ਕਰਨ ਵਾਲਾ ਆ, ਵੱਖਰਾ ਵੱਖਰਾ ਕਰਨ ਵਾਲਾ ਨਹੀਂ। ਚੁਭੀ ਸੁਰਤ ਨੇ ਦੋਨੋਂ ਇੱਕ ਕੀਤੇ ਆਉਂਦਿਆਂ ਸਾਰ ਥੋੜਾ ਅੱਗੇ ਚੱਲਦੇ ਆ। ਇੱਥੇ ਕੰਗਨ ਘਾਟ ਦੀ ਵਾਰਤਾ ਸ਼ੁਰੂ ਹੁੰਦੀ ਆ ਕਿ ਜਿੱਥੇ ਮਰ ਕੰਗਨ ਵਗਾ ਮਾਰਦੇ ਆ ਜਲ ਵਿੱਚ, ਮਾਤਾ ਜੀ ਪੁੱਛਦੇ ਕਿ ਕੰਗਨ ਕਿੱਥੇ ਆ, ਤੇ ਦੂਜਾ ਵੀ ਵਗਾ ਕੇ ਮਾਰਦੇ ਆ, ਕਹਿਣ ਲੱਗੀ ਆਓ ਪਿਆ ਹੈ। ਇਹ ਚੁਭੀ ਸੁਰਤ ਸੋਨੇ ਦੇ ਨਾਲ ਪ੍ਰੇਮ ਕੋਈ ਨਹੀਂ। ਯਾਦ ਰੱਖਿਓ, ਅੱਜ ਸੋਨੇ ਨਾਲ ਪ੍ਰੇਮ ਕੋਈ ਨਹੀਂ, ਇੱਕ ਸਮਾਂ ਆਉਣਾ ਪੁੱਤਰਾਂ ਨਾਲ ਪ੍ਰੇਮ ਕੋਈ ਨਹੀਂ। ਇੱਕੋ ਬਚਨ ਲਿਆ ਕਿ ਚੁਭੀ ਸੁਰਤ ਆਪਾਂ ਕੁਝ ਲੈ ਕੇ ਜਾਣਾ ਇੱਥੋਂ ਪ੍ਰਕਾਸ਼ ਤੇ ਮਨਾ ਰਹੇ ਆ, ਹਰ ਸਾਲ ਮਨਾਉਂਦੇ ਆ। ਦਾਸ ਤੇ ਪਿੰਡ ਹਾਜ਼ਰੀ ਭਰਦਾ ਤੇ ਉਹ ਬੇਨਤੀ ਕਰਦਾ ਕਿ ਘੱਟੋ ਘੱਟ ਜਦੋਂ ਕੋਈ ਪੁਰਬ ਆਉਂਦਾ ਇੱਕ ਗੁਰੂ ਅੱਗੇ ਅਰਦਾਸ ਕਰੋ ਕਿ ਆਪਣੇ ਜੀਵਨ 'ਚ ਕੋਈ ਨਾ ਕੋਈ ਗੁਣ ਧਾਰਨ ਕਰਨਾ ਤੇ ਕੋਈ ਨਾ ਕੋਈ ਅਵਗੁਣ ਤਿਆਗਣਾ। ਖਾਸ ਕਰਕੇ ਪੁਰਬ ਤੇ ਹੀ, ਅੱਗੋਂ ਪਿੱਛੋਂ ਨਹੀਂ ਦੇ। ਇੱਥੇ ਅਡੋਲ ਸੁਰਤ ਕੰਗਣ ਵਗਾ ਕੇ ਮਾਰਦੀ ਆ ਨਦੀ ਵਿੱਚ, ਡੋਲਦੀ ਨਹੀਂ। ਸਤਿਗੁਰੂ ਜੀ ਪਟਨੇ ਤੋਂ ਅਨੰਦਪੁਰ ਸਾਹਿਬ ਆਉਂਦੇ ਆ। ਇੱਥੇ ਔਰੰਗਜ਼ੇਬ ਦੇ ਦੁਖਿਆਰੇ ਕੀਤੇ ਹੋਏ ਬ੍ਰਾਹਮਣ ਜਿਹੜੇ ਕਸ਼ਮੀਰ ਤੋਂ ਚੱਲ ਕੇ ਆਉਂਦੇ ਆ, ਉਹਨਾਂ ਨੇ ਆ ਕੇ ਬੇਨਤੀ ਕੀਤੀ ਕਿ ਦੁਖੀ ਵਿਪਰ ਕਸ਼ਮੀਰ ਚੱਲ ਆਏ ਪੁਰੀ ਆਨੰਦ, ਬਾਹ ਹਮਾਰੀ ਪਕੜੀਏ ਗੁਰ ਹਰ ਗੋਬਿੰਦ ਕੇ ਆਨੰਦ। ਚੁਭੀ ਸੁਰਤ ਇੱਥੇ ਜਦੋਂ ਪੁੱਛਦੀ ਵੀ ਕਿਉਂ ਰੋਂਦੇ ਨੇ, ਤੇ ਪਿਤਾ ਜੀ ਕਹਿਣ ਲੱਗੇ ਕਿ ਇਹ ਇੱਕ ਕੁਰਬਾਨੀ ਦੀ ਮੰਗ ਕਰਦੇ ਆ। ਇਹਨਾਂ ਦੇ ਧਰਮ ਤੇ ਆ ਪਈ ਆ ਇੱਕ ਸੀਸ ਦੀ ਲੋੜ ਹੈ, ਬਲੀਦਾਨ ਦੀ। ਤੇ ਬਾਲਕ ਗੋਬਿੰਦ ਰਾਏ ਜੀ ਕਹਿੰਦੇ ਪਿਤਾ ਜੀ ਤੁਹਾਡੇ ਤੋਂ ਵੱਡਾ ਕੌਣ ਤੇ ਤੁਹਾਡੇ ਤੋਂ ਬਿਨਾਂ ਕੌਣ। ਚੁਭੀ ਸੁਰਤ ਆਪਣੇ ਪਿਤਾ ਦਾ ਖਿਆਲ ਨਹੀਂ ਰੱਖਦੀ ਪਈ। ਉਮਰ ਕਿੰਨੀ ਆ? 9 ਸਾਲ ਦੇ ਕਰੀਬ, ਕਿਉਂਕਿ 1666 ਦਾ ਪ੍ਰਕਾਸ਼ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ 1675 11 ਨਵੰਬਰ ਇਹ ਸ਼ਹਾਦਤ ਹੈ। ਤੇ ਚੁਭੀ ਸੁਰਤ ਇੱਥੇ ਅਡੋਲ। ਜਿੱਦਣ ਦਿੱਲੀ ਚਾਂਦਨੀ ਚੌਕ ਦੇ ਵਿੱਚੋਂ ਕੱਲਾ ਸੀਸ ਸ਼੍ਰੀ ਕੀਰਤਪੁਰ ਸਾਹਿਬ ਆਉਂਦਾ ਹੈ, ਉੱਥੇ ਧਰਨੀ ਆਉਂਦਾ ਤੇ ਸੀਸ ਵੇਖ ਕੇ ਵੀ ਨਮਸਕਾਰ। ਇਹ ਚੁਭੀ ਹੋਈ ਸੁਰਤ ਅੱਜ ਵੀ ਕਿ ਚੁਭੀ ਰਹੀ ਸਰੋਤ ਪ੍ਰਭ ਚਰਨਨ ਮੈਂ, ਇਹ ਸੁਰਤ ਅੱਜ ਵੀ ਅਡੋਲ ਹੈ, ਡੋਲੀ ਨਹੀਂ ਕਿ ਪਿਤਾ ਦਾ ਧਰਨੀ ਆ, ਕੱਲਾ ਸੀਸ ਹੀ ਆ। ਮੈਂ ਇੱਕੋ ਬਚਨ ਲਿਆ ਆਧਾਰ ਜੀਵਨ ਵਿੱਚ ਕਿ ਸਤਿਗੁਰੂ ਅਡੋਲ ਰਹੇ ਨੇ, ਜ਼ਿੰਦਗੀ ਵਿੱਚ ਡੋਲੇ ਕਦੇ ਨਹੀਂ। ਅੱਜ ਪ੍ਰਕਾਸ਼ ਤੋਂ ਗੁਣ ਲੈ ਕੇ ਜਾਇਓ ਕਿ ਜ਼ਿੰਦਗੀ 'ਚ ਕੁਝ ਵੀ ਵਾਪਰੇ ਗੁਰੂ ਤੇ ਭਰੋਸਾ ਰੱਖ ਕੇ ਅਡੋਲ ਰਹਿਣਾ ਚਾਹੀਦਾ, ਡੋਲਣਾ ਨਹੀਂ ਚਾਹੀਦਾ। ਚੁਭੀ ਹੋਈ ਸੁਰਤ ਅਡੋਲ ਹੈ
ਇਹਦੇ ਤੋਂ ਬਾਅਦ ਸਤਿਗੁਰੂ ਸਾਹਿਬ ਜੀ ਬੇਅੰਤ ਕਾਰਜ ਸ੍ਰੀ ਅਨੰਦਪੁਰ ਸਾਹਿਬ ਕਰਦੇ ਆ। ਅਨੰਦਪੁਰ ਸਾਹਿਬ ਦਾ ਉਹ ਸਮਾਂ ਜਿੱਥੇ ਸਤਿਗੁਰੂ ਜੀ ਤਕਰੀਬਨ 38 ਤੋਂ 30 ਸਾਲ ਦਾ ਸਮਾਂ ਰਹੇ। 12 ਸਾਲ ਇੱਕ ਰਹੇ ਆ ਸਤਿਗੁਰੂ ਜੀ ਤੇ 17 ਸਾਲ ਇੱਕ ਰਹੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅਨੰਦਪੁਰ। 3 ਸਾਲ ਸਤਿਗੁਰੂ ਸਾਹਿਬ ਜੀ ਪੌਂਟਾ ਸਾਹਿਬ ਵਿਚ ਰਹੇ ਆ। ਇੰਨਾ ਕੁ ਸਮਾਂ ਬਣਦਾ ਕਿ ਸਤਿਗੁਰੂ ਸਾਹਿਬ ਜੀ ਨੇ ਆਪਣਾ ਪਟਨੇ ਸ਼ਹਿਰ ਗੁਜ਼ਾਰਿਆ। ਇੱਥੇ ਬਹੁਤ ਕੁਝ ਵਾਪਰਦਾ। ਇੱਥੇ ਭੰਗਾਣੀ ਦਾ ਯੁੱਧ ਹੁੰਦਾ। ਭੀਮ ਚੰਦ ਵਰਗੇ ਕਈ ਵਾਰ ਕਿਸੇ ਗੱਲੋਂ ਦਗਾ ਕਮਾ ਕੇ ਰਾਜੇ ਰਤਨ ਰਾਏ ਅਸਾਮ ਦੇ ਨੇ 5 ਭੇਟਾਵਾਂ ਮਾਰਨ ਨੂੰ ਹਾਜ਼ਰ ਕੀਤੀਆਂ ਸੀ। 5 ਕਲਾ ਸ਼ਸਤਰ, ਚੰਦਨ ਦੀ ਚੌਂਕੀ, ਸ਼ਮਸ਼ਾਨੇ, ਸਫੈਦ ਹਾਥੀ ਦਾ ਜ਼ਿਕਰ ਕਰਦੇ ਹਾਂ ਜੀ। ਕਿਹਾ ਜਾਂਦਾ ਕਿ ਉਹਦੀ ਸੁਣ ਤੋਂ ਲੈ ਕੇ ਪੂਛ ਤੱਕ ਸਫੈਦ ਧਾਰੀ ਸੀ, ਇਸ ਕਰਕੇ ਉਹਨੂੰ ਸਫੈਦ ਹਾਥੀ ਆਖਦੇ ਸੀ। ਉਹ ਗੁਰੂ ਤੇ ਚੌੜ ਕਰਦਾ ਤੇ ਮਹਾਰਾਜ ਨੇ ਲਾਂਗਰੀਆਂ ਦੇ ਹਵਾਲੇ ਕੀਤਾ ਕਿ ਲੰਗਰ ਦੀ ਸੇਵਾ ਕਰੇਗਾ ਤੇ ਇਸ ਕਰਕੇ ਉਹਨੂੰ ਪ੍ਰਸ਼ਾਦੀ ਹਾਥੀ ਵੀ ਆਖਦੇ ਸੀ। ਸੋ ਇਹ ਹਾਥੀ ਰਾਜੇ ਰਤਨ ਰਾਏ ਦਾ ਜਿਹੜਾ ਭੇਟਾ ਕੀਤਾ ਹੈ, ਭੀਮ ਚੰਦ ਦੀ ਇੱਕ ਈਰਖਾ ਦਾ ਸਿੱਧਾ ਨਿਕਲਦਾ। ਇਹ ਚੁਭੀ ਹੋਈ ਸੁਰਤ ਇੱਥੇ ਅਡੋਲ ਹੈ। ਕਿਉਂ? ਕਿਉਂਕਿ ਭੀਮ ਚੰਦ ਜਿਹੜੀ ਪਹਿਲੀ ਜੰਗ ਦਾ ਕਾਰਨ ਹੈ, ਉਹਦੇ ਵਿੱਚ ਕਈ ਕਾਰਨ ਗੁਰੂ ਗੋਬਿੰਦ ਸਿੰਘ ਜੀ ਨੂੰ ਬਣਾ ਕੇ ਕੀਤਾ ਗਿਆ। ਤੇ ਪਹਿਲੀ ਜੰਗ ਗੁਰੂ ਗੋਬਿੰਦ ਸਿੰਘ ਜੀ ਦੀ ਭੰਗਾਣੀ ਦੀ, ਜਿੱਥੇ 500 ਸਿਪਾਹੀ ਮਹਾਰਾਜ ਜੀ ਨੂੰ ਪੀਰ ਬੁੱਧੂ ਸ਼ਾਹ ਜੀ ਵੱਲੋਂ ਰਖਾਇਆ ਹੋਇਆ ਛੱਡ ਕੇ ਦੌੜ ਜਾਂਦਾ। ਤੇ ਚੁਭੀ ਸੁਰਤ ਅੱਜ ਵੀ ਡੋਲਦੀ ਨਹੀਂ ਕਿ ਹੇ ਮਾਲਕ, ਤੂੰ ਤੇ ਮੇਰਾ ਸਾਥ ਦਿੰਦਾ ਪਿਆ ਸਾਂ। ਪਹਿਲੀ ਜੰਗ ਆ ਪਈ ਆ ਤੇ ਮੇਰਾ 500 ਸਿਪਾਹੀ ਛੱਡ ਕੇ ਨੱਠ ਗਿਆ, ਮੈਂ ਤੇ ਲੜਨ ਜੋਗਾ ਵੀ ਨਹੀਂ। ਇਹ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ ਗੁਰੂ ਸਵਾਰਿਓ। ਇਹ ਸੁਰਤ ਅੱਜ ਵੀ ਅਡੋਲ ਰਹੀ। ਇਹਦੇ ਤੋਂ ਬਾਅਦ ਮੈਂ ਸਮਾਂ ਸਮਾਪਤ ਵੱਧ ਗਿਆ। ਅਖੀਰ ਮੈਂ ਬੇਨਤੀ ਕਰਾਂ ਨੰਦੇੜ ਦੀ ਧਰਤੀ। ਸਮਾਂ ਆਇਆ 6 ਪੋ 1704 ਦਾ। ਇਹ ਆਪਾਂ ਸਾਰੇ ਜਾਣਦੇ ਹਾਂ ਸ਼ਹੀਦੀ ਸਾਕਿਆਂ ਦਾ। ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ, ਉਹ ਧਰਤੀ ਜਿੱਥੇ 38 ਸਾਲ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ਾਂ ਦੇ ਕੇ ਨਵਾਜਿਆ। ਅੱਜ ਇੱਥੇ ਇੱਕ ਘਟਨਾ ਵਾਪਰਦੀ ਹੈ। ਮਹਾਰਾਜ ਅਨੰਦਪੁਰ ਸਾਹਿਬ ਛੱਡਣ ਲੱਗੇ ਹੋ ਤੇ ਤੁਸੀਂ ਇਹ ਵੇਖੋ, ਤਾਂ ਸਵੇਰੇ ਪਿੰਡ ਅਰਜ਼ ਕੀਤੀ ਸੀ ਗੁਰਦੁਆਰਾ ਸਾਹਿਬ ਕਿ ਬੰਦਾ ਕਈ ਵਾਰ ਨੌਕਰੀ ਕਿਸੇ ਦੂਸਰੇ ਥਾਂ ਲੱਗ ਜੇ, ਦੇਸ਼ੋਂ ਵਿਦੇਸ਼ ਜਾਣਾ ਪਵੇ, ਬੰਦੇ ਨੇ ਘਰ ਹੀ ਬਦਲਣਾ ਹੁੰਦਾ। ਇੱਕ ਘਰ ਚੋਂ ਨਿਕਲ ਕੇ ਦੂਜੇ ਘਰ ਪ੍ਰਵੇਸ਼ ਕਰਨਾ ਹੁੰਦਾ ਤੇ ਬੰਦੇ ਦਾ ਤਾਂ ਵੀ ਮਨ ਭਰ ਆਉਂਦਾ, ਅੱਖਾਂ ਭਰ ਆਉਂਦੀਆਂ। ਗੁਰੂ ਗੋਬਿੰਦ ਸਿੰਘ ਅਨੰਦਪੁਰ ਛੱਡਣ ਲੱਗੇ ਆ ਪਰਿਵਾਰ ਦੇ ਨਾਲ ਤੇ ਦੂਜੀ ਜਗ੍ਹਾ ਕੋਈ ਨਹੀਂ, ਜਾ ਕੇ ਖਲੋਣਾ ਕਿੱਥੇ ਆ। ਇਹ ਅਡੋਲ ਸੁਰਤ ਡੋਲਦੀ ਇੱਥੇ ਵੀ ਨੇ, ਯਾਦ ਰੱਖਿਓ। ਛੱਡਣ ਲੱਗੇ ਆ ਅਨੰਦਪੁਰ ਸਾਹਿਬ 6 ਪੋਹ ਤੇ 7 ਪੋਹ ਦੀ ਦਰਮਿਆਨੀ ਰਾਤ ਤੇ ਜਦੋਂ ਨਿਕਲਣ ਲੱਗੇ ਆ, ਇਹ ਕੋਈ ਥਾਂ ਨਹੀਂ ਕਿ ਜਾ ਕੇ ਖਲੋਣਾ ਕਿੱਥੇ, ਤੁਰੀ ਤੇ ਜਾਣਾ। ਜਾਣ ਨੂੰ ਸਾਰੇ ਕਹਿੰਦੇ ਪਏ ਆ। ਇਹ ਅਡੋਲ ਸੁਰਤ ਅੱਜ ਵੀ ਅਡੋਲ ਹੈ। ਪਰਿਵਾਰ ਲੈ ਕੇ ਨਿਕਲਦੇ ਆ। ਪਰਿਵਾਰ ਵਿਛੋੜਾ ਪਿੱਛੋਂ ਫੌਜਾਂ ਧਾਵਾ ਬੋਲਦੀਆਂ, ਕਸਮਾਂ ਸਭ ਪਿੱਛੇ ਰਹਿ ਗਈਆਂ। ਅਡੋਲ ਸੁਰਤ ਚੱਲਦਿਆਂ ਸਾਰੀ ਦਿਹਾੜੀ। ਬੇਨਤੀ ਬਿਲਕੁਲ ਸੰਖੇਪ ਕਰ ਰਿਹਾ, ਪੁਆਇੰਟ ਟੂ ਪੁਆਇੰਟ। ਇਹ ਸੁਰਤ ਚਮਕੌਰ ਦੀ ਗੜੀ ਪਹੁੰਚਦੀ ਆ। ਇੱਥੇ 2 ਸਾਹਿਬਜ਼ਾਦੇ, ਇੱਥੇ 40 ਸਿੰਘ ਰਾਗੇ ਨੇ ਮਹਾਰਾਜ ਦੇ ਨਾਲ, 5 ਪਿਆਰੇ ਨੇ ਵਿੱਚ। ਚਮਕੌਰ ਦੀ ਗੜੀ ਇੱਕ ਉਹ ਦਰਵਾਜ਼ਾ ਹੈ ਜਿੱਥੇ ਸਤਿਗੁਰੂ ਜੀ ਦਰਵਾਜ਼ੇ ਦੇ ਅੰਦਰ ਪ੍ਰਵੇਸ਼ ਹੋਏ। ਸ਼ਹੀਦ ਪਿਤਾ ਦੇ ਪੁੱਤਰ ਨੇ ਜਦੋਂ ਉਸ ਦਰਵਾਜ਼ੇ ਤੋਂ ਬਾਹਰ ਨਿਕਲਦੇ ਆ, ਸ਼ਹੀਦ ਪੁੱਤਰਾਂ ਦੇ ਪਿਤਾ ਬਣ ਕੇ ਨਿਕਲਦੇ ਆ। ਚਮਕੌਰ ਦੀ ਗੜੀ ਉਹ ਥਾਂ ਹੈ ਜਿਹੜੇ ਦਰਵਾਜ਼ੇ ਦੇ ਅੰਦਰ ਪ੍ਰਵੇਸ਼ ਹੁੰਦੇ ਆ ਸ਼ਹੀਦ ਪਿਤਾ ਦੇ ਪੁੱਤਰ ਆ, ਤੇ ਜਿੱਦਣ ਦਰਵਾਜ਼ੇ ਤੋਂ ਕਦਮ ਬਾਹਰ ਫੁੱਟਦੇ ਆ, ਸ਼ਹੀਦ ਪੁੱਤਰਾਂ ਦੇ ਪਿਤਾ ਬਣ ਕੇ ਨਿਕਲਦੇ ਆ। ਇਹ ਚੁਭੀ ਸੁਰਤ ਅੱਜ ਵੀ ਅਡੋਲ ਹੈ। ਅੱਖਾਂ ਸਾਹਮਣੇ ਪੁੱਤ ਸ਼ਹੀਦ ਹੁੰਦੇ ਪਏ ਆ। ਇੱਥੋਂ ਤੱਕ ਕਿ ਸਤਿਗੁਰੂ ਜਕਾਰੇ ਲਾਉਂਦੇ ਆ। ਚੁਭੀ ਸੁਰਤ ਨੂੰ ਨੂਰਾ ਮਾਈ ਦੱਸਦਾ ਰਾਏ ਕੱਲੇ ਕੋਲ ਕਿ ਸੂਬੇ ਨੇ ਕੰਧਾਂ ਵਿੱਚ ਲਪੇਟ ਦਿੱਤੇ, ਕੋਮਲ ਸਰੀਰ ਇੱਟਾਂ ਵਿੱਚ ਪੀੜ ਦਿੱਤੇ। ਇਹ ਅੱਜ ਵੀ ਅਡੋਲ ਹੈ। ਚੁਭੀ ਸੁਰਤ ਮਾਛੀਵਾੜੇ ਰਹੀ। ਇੱਥੇ ਚੁਭੀ ਸੁਰਤ ਅਡੋਲ ਹੈ। ਆਪਾਂ ਕਹਿੰਦੇ ਨਾ ਸਾਜੋ, ਨਾ ਬਾਜੋ, ਨਾ ਫੌਜੋ, ਨਾ ਫਰਸ਼। ਇੱਥੇ ਨਾ ਘੋੜਾ, ਨਾ ਜੋੜਾ, ਨਾ ਸਿੰਘ, ਕੋਈ ਨਾਲ ਦਾ ਸਵਾਰ ਨਹੀਂ। ਇਹ ਸੁਰਤ ਅੱਜ ਵੀ ਅਡੋਲ। ਇੱਥੇ ਇੱਕ ਬਚਨ, ਇੱਥੇ ਮਰ ਗਿਆ ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ ਆਪਾਂ ਸਾਰੇ ਜਾਣਦੇ ਆ। ਤੇ ਚੁਭੀ ਸੁਰਤ ਇੱਥੇ ਵੀ ਅਡੋਲ, ਡੋਲੇ ਨਹੀਂ। ਬੇਨਤੀ ਇਹ ਕਰ ਰਿਹਾ ਕਿ ਗੁਰੂ ਗੋਬਿੰਦ ਸਿੰਘ ਕਦੇ ਨਹੀਂ ਡੋਲੇ। ਕਿੰਨਾ ਕੁਝ ਮਹਾਰਾਜ ਨੇ ਵਾਪਰਿਆ। ਇੱਕ ਕਵੀ ਦੇ ਬੜੇ ਸੋਹਣੇ ਬੋਲਿਆ,
ਉਹ ਗੁਰੂ ਗੋਬਿੰਦ ਸਿੰਘ ਨੂੰ ਅਕਾਲ ਪੁਰਖ ਦੇ ਨਾਲ ਜੋੜ ਕੇ ਕਹਿੰਦਾ ਗੁਰੂ ਗੋਬਿੰਦ ਸਿੰਘ, ਮੈਨੂੰ ਇਉਂ ਲੱਗਦਾ ਕਿ ਤੂੰ ਅਕਾਲ ਪੁਰਖ ਦਾ ਰੂਪ ਆ। ਕਿਉਂ? ਅਕਾਲ ਪੁਰਖ ਦਾ ਮਨ ਕਰਦਾ ਸ੍ਰਿਸ਼ਟੀ ਬਣਾ ਦਿੰਦਾ, ਮਨ ਕਰਦਾ ਢਾਹ ਕੇ ਇਕੱਲਾ ਰਹਿ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਤੂੰ 30 ਸਾਲਾਂ 'ਚ ਅਨੰਦਪੁਰ ਇੰਨਾ ਵਸਾਇਆ, ਅੱਜ ਮਨ ਕੀਤਾ ਸਾਰਾ ਕੁਝ ਛੱਡ ਕੇ, ਨਾ ਦੱਲਾ ਨਾ ਮੱਲਾ, ਗੁਰੂ ਗੋਬਿੰਦ ਇਕੱਲਾ ਮਾਛੀ ਵਾਲੇ ਪਿਆ ਹੋਇਆ। ਉੱਥੇ ਲਿਖਦਾ ਕਹਿੰਦਾ ਕਿ ਨਿਰੰਕਾਰ ਆਕਾਰਗਤ ਬਹੁ ਕਰ ਵਿਸਤਾਰ, ਸਭੈ ਤਿਆਗ ਸ਼ਿਰਮੈ ਦਿਓ ਰਹਿਓ ਸੋ ਏਕ ਓੰਕਾਰ। ਗੁਰੂ ਗੋਬਿੰਦ ਸਿੰਘ ਤੋਂ ਸਾਰਾ ਕੁਝ ਛੱਡ ਕੇ ਫਿਰ ਇਕੱਲਾ ਰਹਿ ਗਿਆ। ਇਹ 24 ਸੁਰਤ ਨੂੰ ਅੱਗੇ ਜਾ ਕੇ ਖਿਦਰਾਣੇ ਦੀ ਢਾਬ ਤੇ ਜੰਗ ਕਰਨਾ ਪੈਂਦਾ, ਉੱਥੇ ਵੀ ਅਡੋਲ। ਇਹ 24 ਹੋਈ ਸੁਰਤ ਜਦੋਂ ਦਮਦਮੇ ਪਹੁੰਚਦੀ ਆ ਤੇ ਮਾਤਾਵਾਂ ਭਾਵੁਕ ਹੋ ਕੇ ਪੁੱਛਦੀਆਂ ਨੇ ਸਾਹਿਬਜ਼ਾਦੇ, ਤੇ ਸਤਿਗੁਰੂ ਕਹਿੰਦੇ ਆ ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਸੁਤ ਚਾਰ ਮੂਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਇਸ 24 ਸੁਰਤ ਇੱਥੇ ਵੀ ਅਡੋਲ। ਇੱਥੋਂ ਸਤਿਗੁਰੂ ਜੀ ਨਾਲ ਦੇਣ ਬੰਦਾ ਕਾਟ, ਹੀਰਾ ਕਾਟ, ਨਗੀਨਾ ਕਾਟ, ਇੱਥੇ ਮਾਲ ਟੇਕੜੀ, ਸ਼ਿਕਾਰ ਕਾਟ। ਇਹ ਅਡੋਲਤਾ ਮਾਰਨ ਦਿਖਾਈ ਤੇ ਅਡੋਲਤਾ ਵਿੱਚ ਸਤਿਗੁਰੂ ਜੀ ਤਖਤ ਤੇ ਬਿਰਾਜਮਾਨ ਹੁੰਦੇ ਆ। ਸੋ ਗੁਰੂ ਸਵਾਰਿਓ, ਆਪਾਂ ਸਾਰੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਸਮੂਹ ਸੰਗਤਾਂ ਨੂੰ ਇਸ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ। ਹਜ਼ੂਰ ਦੇ ਪ੍ਰਕਾਸ਼ ਪੁਰਬ ਤੋਂ ਇਹ ਸੇਧ ਲਾ ਕੇ ਜਾਈਏ ਕਿ ਜੀਵਨ ਕਦੇ ਡੋਲਣਾ ਨਹੀਂ, ਕਿਉਂਕਿ ਜਿਹੜੇ ਗੁਰੂ ਦਾ ਪ੍ਰਕਾਸ਼ ਮਨਾ ਰਹੇ ਆ, ਜੋ ਕੁਝ ਗੁਰੂ ਨਾਲ ਵਾਪਰਿਆ ਸਾਡੇ ਸਾਹਮਣੇ ਹੈ ਇਤਿਹਾਸ, ਤੇ ਸਤਿਗੁਰੂ ਡੋਲੇ ਨਹੀਂ, ਅਡੋਲ ਰਹੇ, ਤੇ ਸਾਨੂੰ ਅਡੋਲਤਾ ਦਾ ਉਪਦੇਸ਼ ਦੇ ਕੇ ਗਏ। ਸੋ ਵਡਭਾਗੀ ਹੋ ਕੇ ਇਹ ਜੀਵਨ ਵਿੱਚ ਗੁਣ ਧਾਰਨ ਕਰੀਏ। ਕੋਈ ਪੁੱਛ ਦੀ ਖਿਮਾ, ਸਭਾ ਵਿੱਚ 2-4 ਮਿੰਟ ਵੱਧ ਆ ਗਏ ਤੇ 10 ਖਿਮਾ ਦਾ ਜਾ ਚੁੱਕਿਆ। ਆਓ ਬਖਸ਼ੋ ਅਸੀਸ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ। ਇੱਕ ਬੇਨਤੀ ਮੈਂ ਕਰਨੀ ਸਾਧ ਸੰਗਤ ਜੀ, ਅੱਗੇ ਵੀ ਵੇਖਿਆ ਸੀ ਤੇ ਹੁਣ ਵੀ, ਮੈਂ ਕਿਸੇ ਦਾ ਨਾਮ ਨਹੀਂ ਲੈਣਾ, ਆਪ ਸਾਰੇ ਸੂਝਵਾਨ ਜੀ। ਇਸ ਸਟੇਜ ਤੇ ਜਦੋਂ ਵੀ ਆਉਣਾ ਆਪਾਂ ਗੁਰੂ ਘਰ ਯਤਨ ਕਰੋ ਕਿ ਜਰਾਬਾਂ ਪਾ ਕੇ ਗੁਰੂ ਦੀ ਹਜ਼ੂਰੀ 'ਚ ਨਾ ਆ ਜਾਏ ਘੱਟੋ ਘੱਟ। ਮੈਂ ਬੜਿਆਂ ਨੂੰ ਕਿਹਾ, ਕੋਈ ਬੋਲਣ ਨੂੰ ਤਿਆਰ ਨਹੀਂ, ਕਹਿੰਦੇ ਕਿ ਪਤਾ ਨਹੀਂ ਕਹਿੰਦੇ ਕੀ ਕਹਿਣਾ ਕੀ ਨਹੀਂ। ਮੈਂ ਇੱਥੇ ਬੈਠਾ ਸਾਂ, ਮੇਰੇ ਨਾਲ ਸਾਹਮਣੇ ਦੋਸਤ ਦਿਨ ਬੈਠੇ, ਮੈਂ ਨਾਂ ਨਹੀਂ ਲਵਾਂਗਾ, ਉਹਨਾਂ ਨੇ ਜਰਾਬਾਂ ਪਾਈਆਂ ਸੀ। ਜਿਹੜੇ ਬੱਚੇ ਨੇ ਇੱਥੇ ਬੋਲਣਾ ਆ ਕੇ ਅਗਲੇ ਪੜਾਵਾਂ ਤੇ ਇਸ ਸਾਲ ਵੀ ਜਾਂ ਹੋਰ ਸਾਲ ਵੀ ਘੱਟੋ ਘੱਟ ਗੁਰੂ ਦੀ ਹਜ਼ੂਰੀ ਵਿੱਚ ਜਰਾਬਾਂ ਪਾ ਕੇ। ਜਰਾਬਾਂ ਵੀ ਜੋੜਿਆਂ ਦਾ ਦੂਜਾ ਰੂਪ ਹੀ ਆ, ਘਰਾਂ 'ਚ ਪਾਓ, ਬਾਹਰ ਜਿੱਦਾਂ ਮਰਜ਼ੀ ਪਾਓ, ਪਰ ਗੁਰੂ ਦੀ ਹਜ਼ੂਰੀ ਵਿੱਚ ਜਰਾਬਾਂ ਤੋਂ ਬਿਨਾਂ ਆਈਏ। ਸੋ ਹੋਈ ਪੁਰਖ ਦੀ ਖਿਮਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ